ਰੋਜ਼ਾਨਾ ਲੋਕ ਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਅੱਜ ਦੀਆਂ ਦੋ ਵੱਡੀਆਂ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ। ਕੁੰਵਰ ਵਿਜੇ ਪ੍ਰਤਾਪ ਨੇ ਅੱਜ ਗਵਰਨਰ ਹਾਊਸ ਤੋਂ ਬਾਹਰ ਆ ਕੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਅਸਤੀਫੇ ਵਾਲੇ ਮਾਮਲੇ ਤੇ ਮਨਾਉਣਾ ਚਾਹੁੰਦੇ ਸੀ ਕਿ ਅਸਤੀਫਾ ਵਾਪਸ ਲੈ ਲਓ, ਪਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਮਨਾ ਲਿਆ। ਜਾਂਦੇ ਜਾਂਦੇ ਕੁਝ ਭਾਵੁਕ ਗੱਲਾਂ ਵੀ ਉਹ ਕਹਿ ਗਏ, ਉਹ ਵੀ ਤੁਹਾਨੂੰ ਦੱਸਾਂਗੇ ਕੀ ਗੱਲਾਂ ਸੀ। ਪਰ ਉਹਨਾਂ ਗੱਲਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਪੰਜਾਬ ਦੇ ਸਿਆਸਤਦਾਨਾਂ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਲਈ ਕਈ ਵੱਡੇ ਜਿਹੜੇ ਆ ਉਹ ਸਵਾਲ ਛੱਡ ਗਏ ਨੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ। ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਪਟਿਆਲਾ ਦੇ ਵਿੱਚ। ਫਿਰ ਅੱਜ ਤੋਂ ਆਪਣੀ ਸਰਕਾਰ ਜਿਹੜੀ ਹੈਗੀ ਆ ਉਹਨੂੰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਘੇਰਿਆ ਵੱਖ-ਵੱਖ ਮੁੱਦਿਆਂ ਤੇ। ਸਿਰਫ ਬੇਅਦਬੀ ਦੇ ਮੁੱਦੇ ਤੇ ਹੀ ਨਹੀਂ, ਸਿਰਫ ਗੋਲੀ ਕਾਂਡਾ ਦੇ ਮੁੱਦੇ ਤੇ ਹੀ ਨਹੀਂ, ਸਗੋਂ ਡਰੱਗ ਦੇ ਮਾਮਲੇ ਦੇ ਉੱਪਰ ਵੀ ਆਪਣੀ ਸਰਕਾਰ ਨੂੰ ਘੇਰਿਆ ਕਿ ਆਖਿਰ ਕੀ ਮਜਬੂਰੀ ਹੈ ਕਿ ਭੋਲੇ ਦੇ ਬਿਆਨਾਂ ਤੇ, ਹਰਪ੍ਰੀਤ ਸਿੱਧੂ ਦੀ ਰਿਪੋਰਟ ਤੇ, ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤੇ ਸਰਕਾਰ ਦੇ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲਈ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁਸ਼ਕਲਾਂ ਜਿਹੜੀਆਂ ਉਹ ਵਧਾ ਸਕਦੇ ਨੇ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਕੁਲਵੰਤ ਜੀ, ਸਵਾਗਤ ਹੈ ਰੋਜ਼ਾਨਾ ਲੋਕ ਨਾਦ ਟੀਵੀ ਤੋਂ। ਬਹੁਤ ਧੰਨਵਾਦ ਜੀ ਸੁਖਵਿੰਦਰ ਜੀ, ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਵੰਤ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਕੁੰਵਰ ਵਿਜੇ ਪ੍ਰਤਾਪ ਵਾਲੀ ਖਬਰ ਤੇ। ਕੁੰਵਰ ਵਿਜੇ ਪ੍ਰਤਾਪ ਨੇ ਜਿਹੜਾ ਗਵਰਨਰ ਹਾਊਸ ਤੋਂ ਬਾਹਰ ਆ ਕੇ ਸਾਫ਼ ਕਰ ਦਿੱਤਾ ਕਿ ਮੈਂ ਅਸਤੀਫਾ ਜਿਹੜਾ ਮੈਂ ਵਾਪਸ ਨਹੀਂ ਲੈਣਾ ਤੇ ਮੇਰਾ ਸ਼ਾਇਦ ਅਸਤੀਫਾ ਜਿਹੜਾ ਮਨਜ਼ੂਰ ਹੈ, ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਨਾਇਆ ਤਾਂ ਇਸ ਕਰਕੇ ਹੋਣਾ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਜਾਨੀ ਸਾਫ਼ ਹੋ ਗਿਆ। ਕੁਝ ਭਾਵੁਕ ਗੱਲਾਂ ਵੀ ਜਿਹੜੀਆਂ ਕੁੰਵਰ ਵਿਜੇ ਪ੍ਰਤਾਪ ਕਹਿ ਕੇ ਗਏ ਨੇ ਤੇ ਪੰਜਾਬ ਦੇ ਲੋਕਾਂ, ਸਿਆਸਤਦਾਨਾਂ ਤੇ ਸਰਕਾਰ ਲਈ ਜਿਹੜੇ ਸਵਾਲ ਛੱਡ ਕੇ ਗਏ ਨੇ, ਉਹਨਾਂ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਸੁਖਵਿੰਦਰ ਜੀ, ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਪਿਛਲੇ ਦਿਨੀ ਜਿਹੜੇ 2 ਦਿਨ ਤੋਂ ਜਿਹੜੀ ਚਰਚਾ ਚੱਲ ਰਹੀ ਸੀ, ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਸੀ। ਫੇਸਬੁੱਕ ਤੇ ਪੋਸਟ ਵੀ ਪਾਈ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਮਿਲੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਹਿ ਸਾਫ਼ ਕਰ ਦਿੱਤਾ ਸੀ ਕਿ ਉਹ ਅਸਤੀਫਾ ਆਪਣਾ ਵਾਪਸ ਨਹੀਂ ਲੈਣਗੇ। ਤੇ ਇਹਦੇ ਨਾਲ ਜਦੋਂ ਇਹ ਚਰਚਾਵਾਂ ਚੱਲ ਰਹੀਆਂ ਸੀ ਤੇ ਇੱਕਦਮ ਜਿਹੜੀ ਇਹ ਖਬਰ ਆਈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਨੇ। ਤੇ ਇਸ ਤੋਂ ਬਾਅਦ ਜਿਹੜਾ ਮੀਡੀਆ ਘਰਾਣਿਆਂ ਦਾ ਜਿੰਨਾ ਵੀ ਮੀਡੀਆ ਵਾਲੇ ਸੀਗੇ, ਉਹਨਾਂ ਦਾ ਜਮਾਵੜਾ ਜਿਹੜਾ ਸੀਗਾ ਉਹ ਰਾਜਪਾਲ ਦੇ ਦਫ਼ਤਰ ਦੇ ਬਾਹਰ ਜਿਹੜਾ ਉਹ ਹੋ ਗਿਆ। ਤੇ ਉਸ ਦੌਰਾਨ ਸਾਰਿਆਂ ਨੂੰ ਇਹ ਆਸ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਣ ਗਏ ਨੇ। ਜਦਕਿ ਜਦੋਂ ਅੰਦਰੋਂ ਬਾਹਰ ਨਿਕਲ ਕੇ ਆਏ ਤਾਂ ਉਹਨਾਂ ਨੇ ਬੜੇ ਹੀ ਸਹਿਜ ਢੰਗ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਈਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਈਆਂ ਦੇ ਨਹੀਂ ਦਿੱਤੇ। ਤੇ ਕੁੱਲ ਮਿਲਾ ਕੇ ਉਹਦੇ ਵਿੱਚੋਂ ਨਿਕਲ ਕੇ ਗੱਲ ਸਾਹਮਣੇ ਇਹ ਆਈ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤਾਂ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਲਈ ਮਨਾ ਰਹੇ ਸੀ, ਪਰ ਉਲਟਾ ਜਿਹੜਾ ਉਹ ਤਾਂ ਨਹੀਂ ਮੰਨੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਮਨਜ਼ੂਰ ਕਰ ਲੈਣ ਜਿਹੜੀ ਆ ਉਹ ਮਨਾ ਲਿਆ ਹੈਗਾ। ਤੇ ਹੁਣ ਜਿਹੜੇ ਆ ਉਹ ਪੁਲਿਸ ਦੇ ਵਿੱਚ ਸੇਵਾ ਕਰਦੇ ਹੋਏ, ਪੁਲਿਸ ਦੀ ਨੌਕਰੀ ਦੇ ਵਿੱਚ ਰਹਿੰਦੇ ਹੋਏ ਸੇਵਾ ਨਹੀਂ ਕਰਨਗੇ, ਉਹ ਵੈਸੇ ਹੀ ਜਨਤਾ ਦੀ ਸੇਵਾ ਦੇ ਵਿੱਚ ਲੱਗੇ ਰਹਿਣਗੇ। ਤੇ ਜਿਹੜੀ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਦੇ ਵਿੱਚ ਜਿਹੜੀ ਸਰਕਾਰ ਹੈ, ਜੇਕਰ ਉਹਨਾਂ ਕੋਲ ਕੋਈ ਮਦਦ ਮੰਗਦੀ ਹੈ ਜਾਂ ਇਸ ਮਾਮਲੇ 'ਚ, ਤਾਂ ਉਹ ਆਪਣੀ ਮਦਦ ਜਿਹੜੀ ਆ ਉਹ ਦੇਣਗੇ। ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕੀ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੀ ਇਸ ਗੱਲ ਦੇ ਉੱਤੇ ਮੰਨੇ ਨੇ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੋਈ ਵੱਡਾ ਅਹੁਦਾ ਦੇ ਕੇ ਤੇ ਕੋਈ ਇਸ ਤਰ੍ਹਾਂ ਦੀ ਆਜ਼ਾਦਾਨਾ ਜਿਹੜਾ ਅਹੁਦਾ ਦਿੱਤਾ ਜਾਏਗਾ, ਉਹਨਾਂ ਨੂੰ ਚਾਰਜ ਦਿੱਤਾ ਜਾਏਗਾ, ਜਿਹੜੀ SIT ਹੈ ਜਿਹਨਾਂ ਉਹਨਾਂ ਨੂੰ ਰਿਪੋਰਟ ਕਰੇਗੀ, ਜਿਹੜੀ ਨਵੀਂ ਬਣਨ ਜਾ ਰਹੀ ਹੈ। ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਧੀਨ ਰਹਿ ਕੇ ਜਿਹੜਾ ਅੱਗੇ ਪੁਲਿਸ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੰਮ ਕਰਨ ਜਾ ਰਹੀ ਹੈ, ਤੇ ਕਿਉਂਕਿ ਉਹਨਾਂ ਦੇ ਤਜਰਬੇ ਦਾ ਫਾਇਦਾ ਜਿਹੜਾ ਉਹ ਕਾਫੀ ਜਿਹੜਾ ਉਹ ਚੁੱਕਿਆ ਜਾਏਗਾ ਉਹਨਾਂ ਦਾ ਪੰਜਾਬ ਪੁਲਿਸ ਵੱਲੋਂ। ਕਿਉਂਕਿ ਲੰਘੇ ਦਿਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਜੇਕਰ ਆਪਾਂ ਮੁੱਖ ਰੱਖੀਏ ਤਾਂ ਉਸ ਬਿਆਨ ਦੇ ਵਿੱਚ ਵੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀਗਾ ਕਿ ਗ੍ਰਹਿ ਮੰਤਰੀ ਦੇ ਅਹੁਦੇ ਦੇ ਕਾਬਲ ਨੇ ਉਹ, ਯਾਨੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਕਾਬਲ ਦੱਸ ਦਿੱਤਾ ਸੀ ਇੱਕ ਕਿਸਮ ਦਾ ਉਹਨਾਂ ਨੇ, ਕਿਉਂਕਿ ਉਹ ਮੌਜੂਦਾ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ ਹੈ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੀ SIT ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਜਿਹੜੀ ਹੈ ਅੰਦਰ ਖਾਤੇ ਉਹ ਉਹਨਾਂ ਨਾਲ ਸੰਪਰਕ 'ਚ ਰਹੇਗੀ। ਕੈਪਟਨ ਸਰਕਾਰ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੁਝ ਅਜਿਹਾ ਅਹੁਦਾ ਦੇਣ ਵਾਲੀ ਹੈ ਜਿਹੜਾ ਕਿ ਸਾਰਾ ਦਾ ਸਾਰੀ ਨਿਗਰਾਨੀ ਜਿਹੜੀ ਹੈ ਇਹਨਾਂ ਬੇਅਦਬੀ ਦੇ ਕੇਸਾਂ ਦੀ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਦੇਖ ਰੇਖ ਦੇ ਹੇਠ ਹੀ ਉਹ ਚੱਲਣਗੀ। ਪਰ
ਇਹਦੇ ਨਾਲ ਸਵਾਲ ਇਹ ਪੈਦਾ ਹੁੰਦਾ ਕਿ ਇਹ ਕਦੋਂ ਹੋਏਗਾ, ਕਿਉਂਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਮਾਮਲਾ ਚਲਾ ਗਿਆ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਇਹ ਰਾਹਤ ਮਿਲੇਗੀ, ਤੇ ਉਹ ਜਿਹੜੀ ਹਾਈ ਕੋਰਟ ਨੇ ਜਿਹੜਾ ਹੁਕਮ ਪਾਸ ਕੀਤਾ ਵੀ ਇਹਨਾਂ ਦੇ ਰੱਦ ਕੀਤੀ ਜਾਵੇ ਰਿਪੋਰਟ, ਉਸ ਨੂੰ ਉਹਦੇ ਤੋਂ ਰਾਹਤ ਮਿਲੇ। ਤੇ ਸੁਪਰੀਮ ਕੋਰਟ ਦੇ ਵਿੱਚ ਜੇਕਰ ਆਪਾਂ ਲੱਗਦੇ ਕੇਸਾਂ ਦੀ ਅਗਰ ਗੱਲ ਦੇ ਉੱਤੇ ਜਾਈਏ, ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਨੇ ਉਹ ਜਲਦੀ-ਜਲਦੀ ਜਿਹੜੀ ਆ ਉਹ ਲਿਸਟਡ ਨਹੀਂ ਹੁੰਦੇ, ਤੇ ਜੇਕਰ ਲਿਸਟ ਵੀ ਹੁੰਦੇ ਨੇ ਤਾਂ ਥੋੜ੍ਹਾ ਜਿਹਾ ਸਮਾਂ ਉਹਨਾਂ ਨੂੰ ਲੱਗ ਜਾਂਦਾ ਹੈਗਾ। ਤੇ ਆਪਣੇ ਕੋਲੇ ਸਰਕਾਰ ਕੋਲੇ ਜਿਹੜਾ ਸਮਾਂ ਸਿਰਫ ਉਹ 6 ਮਹੀਨੇ ਦਾ ਬਚਿਆ। 6 ਮਹੀਨੇ ਦੇ ਵਿੱਚ ਜੇਕਰ ਉਹ ਇੱਧਰੋਂ ਵੀ ਕੇਸ ਆਪਣਾ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਾਮਲਾ ਹਾਰ ਜਾਂਦੇ ਨੇ, ਤਾਂ ਉੱਧਰੋਂ ਜਿਹੜਾ ਇੱਧਰੋਂ ਵੀ ਕੋਈ ਐਸਆਈਟੀ ਅੱਗੇ ਕੰਮ ਕਰਨ ਨਹੀਂ ਲੱਗਦੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਐਸਆਈਟੀ ਦੇ ਕੋਲ ਸਮਾਂ ਘੱਟ ਬਚਿਆ ਤੇ ਰਿਪੋਰਟ ਨਾ ਕਰ ਸਕੀ, ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਿਹੜੀ ਆ ਉਹ ਕੜਿੱਕੀ 'ਚ ਫਸ ਜਾਏਗੀ, ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਆਪਣੇ ਤਾਂ ਉਹਨਾਂ ਦੇ ਹੁਣੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਆਪਣਿਆਂ ਨੇ ਤਾਂ, ਤੇ ਉਹ ਉਸ ਵੇਲੇ ਚੋਣਾਂ ਨੇੜੇ ਜਾ ਕੇ ਜਿਹੜਾ ਉਹ ਬਹੁਤ ਜਿਹੜਾ ਗੰਭੀਰ ਮਾਮਲਾ ਬਣ ਜਾਣਾ, ਕਿਉਂਕਿ ਨਾ ਤਾਂ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੇ ਸਿੱਖ ਸੰਗਤ ਨੂੰ ਅਕਾਲੀ ਸਰਕਾਰ ਦੇ ਦੌਰਾਨ ਮਿਲ ਸਕਿਆ, ਜਿਹੜਾ 2015 ਤੋਂ ਲੈ ਕੇ 2017 ਦੇ ਵਿੱਚ ਜਿਹੜਾ ਵਕਫਾ ਸੀਗਾ ਡੇਢ ਪੌਣੇ 2 ਸਾਲ ਦਾ, ਨਾ ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੇ ਸਿੱਖ ਸੰਗਤ ਨੂੰ ਇਨਸਾਫ ਮਿਲਿਆ, ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਵਾਅਦਾ ਕਰਕੇ ਆਏ ਸੀ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਹਰ ਹਾਲਤ ਦੇ ਵਿੱਚ ਜਿਹੜੇ ਸਲਾਖਾਂ ਦੇ ਪਿੱਛੇ ਡੱਕਿਆ ਜਾਏਗਾ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਵੀ ਕੁਝ ਨਹੀਂ ਵਿਗੜ ਸਕਿਆ। ਸੋ ਸ਼ਾਇਦ ਇਸੇ ਚੱਕਰ ਦੇ ਵਿੱਚ ਜਿਹੜੀਆਂ ਹੁਣ ਸਿਆਸੀ ਚੀਕਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਰਹਿ ਕੇ ਜਿਹੜੀਆਂ ਕਦੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਿਕਲ ਰਹੀ ਹੈ, ਕਦੇ ਨਵਜੋਤ ਸਿੰਘ ਸਿੱਧੂ ਵੱਲੋਂ ਨਿਕਲ ਰਹੀ ਹੈ, ਕਦੇ ਆਪਣਾ ਕਿਸੇ ਹੋਰ ਵੱਲੋਂ ਨਿਕਲ ਰਹੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਵਿੱਚ ਇਹ ਚੀਕਾਂ ਜਿਹੜੀਆਂ ਨੇ ਇਹ ਤਾਂ ਹੌਲੀ-ਹੌਲੀ ਜਿਉਂ-ਜਿਉਂ ਸਮਾਂ ਚੋਣਾਂ ਦਾ ਨੇੜੇ ਆਉਂਦਾ ਜਾਏਗਾ, ਇਹ ਚੀਕਾਂ ਜਿਹੜੀਆਂ ਨੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਉੱਚੀ ਹੁੰਦੀ ਚਲੀ ਜਾਏਗੀ। ਕੁੰਵਰ ਵਿਜੇ ਪ੍ਰਤਾਪ ਜਿਸ ਤਰੀਕੇ ਦੇ ਨਾਲ ਲੋਕਾਂ ਲਈ ਸਵਾਲ ਛੱਡ ਗਏ ਨੇ, ਕਿਉਂਕਿ ਜਦੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਹਿਤਾ ਕਿ ਮੈਂ ਭਾਈ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ, ਜਿਹੜੀ ਜਾਂਚ ਰਿਪੋਰਟ ਆ ਇਹਦੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਪਾਤੀ, ਕਹਿੰਦੇ ਕਿ ਮੇਰੀ ਸੋਚ ਸਮਝ ਦੇ ਮੁਤਾਬਿਕ ਉਸ ਤੋਂ ਵੱਡੀ ਕੋਈ ਅਦਾਲਤ ਹੈ ਨਹੀਂ, ਤਾਂ ਫਿਰ ਉਹਨਾਂ ਦੇ ਮੁਤਾਬਿਕ ਇਹੀ ਹੈ ਕਿ ਇੱਥੇ ਤਾਂ ਕਿਸੇ ਤੋਂ ਆਸ ਹੀ ਹੈ ਨਹੀਂ, ਜਾਂ ਨਾ ਫਿਰ ਕੋਰਟ ਤੋਂ ਆਸ ਹੈ, ਨਹੀਂ ਤਾਂ ਉਹ ਕਹਿ ਸਕਦੇ ਸੀ ਕਿ ਭਾਈ ਕੋਰਟ ਤੋਂ ਜੋ ਵੀ ਕੋਰਟ ਕਰੂਗਾ ਸਹੀ ਕਰੂਗਾ, ਅੱਗੇ ਸਾਨੂੰ ਆਸ ਆ ਕਿ ਸ਼ਾਇਦ ਸੁਪਰੀਮ ਕੋਰਟ ਤੋਂ ਅਸੀਂ ਜਿੱਤ ਜਾਈਏ ਜਾਂ ਫਿਰ ਪੰਜਾਬ ਸਰਕਾਰ ਕੋਈ ਠੋਸ ਕਦਮ ਚੱਕੂਗੀ। ਜੇ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਚ ਪਾਈ ਹੈ ਤਾਂ ਇਸ ਦਾ ਮਤਲਬ ਇਹ ਆ ਕਿ ਕਿਸੇ ਤੋਂ ਉਹਨਾਂ ਨੂੰ ਉਮੀਦਾਂ ਹੈ ਨਹੀਂ। ਤੇ ਜਦੋਂ ਇਹੋ ਜਿਹੇ ਇਮਾਨਦਾਰ ਬੰਦੇ ਦੇ ਨਾਲ, ਗੁਰੂ ਦੇ ਲਈ ਕੰਮ ਕਰਨ ਵਾਲੇ ਬੰਦੇ ਦੇ ਨਾਲ, ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਬੰਦੇ ਦੇ ਨਾਲ ਸਰਕਾਰਾਂ ਨਾ ਹੋਣ, ਸਿਆਸਤਦਾਨ ਨਾ ਹੋਣ, ਤਾਂ ਫਿਰ ਲੋਕ ਹੁੰਦੇ ਨੇ ਕਿ ਹੁਣ ਲੋਕ ਜਿਹੜੇ ਹੈਗੇ ਆ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੀਆਂ ਹੱਥਾਂ ਤੇ ਚੱਕਣਗੇ। ਕੀ ਲੱਗਦਾ ਤੁਹਾਨੂੰ? ਬਿਲਕੁਲ, ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਉਹ ਸਿਆਸਤਦਾਨਾਂ ਹੱਥੋਂ ਨੌਕਰਸ਼ਾਹੀ ਜਦੋਂ ਉਹਨਾਂ ਨੇ ਹਾਰਦੀ ਵੇਖੀ ਹੈ, ਆਪਣੇ ਜਾਂਚ ਜਿਹੜੀ ਆਪਣੀ ਕਾਬਲੀਅਤ ਹਾਰਦੀ ਵੇਖੀ ਹੈ, ਤਾਂ ਉਹਨਾਂ ਨੇ ਅਸਤੀਫਾ ਦੇ ਕੇ ਸ਼ਾਇਦ ਹੁਣ ਸਿਆਸਤ ਦਾ ਰੁਖ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ। ਪਰ ਇੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਇਹ ਵੀ ਯਾਦ ਰੱਖਣਾ ਪਏਗਾ ਕਿ ਜਿਹੜੀ ਸਿਆਸਤ ਹੈ ਉਹ ਬਹੁਤ ਗੰਦੀ ਖੇਡ ਹੈ। ਇੱਥੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਲੱਗਿਆ 1 ਮਿੰਟ ਲੱਗਦਾ ਕਿ ਕੋਈ ਆਪਣਾ ਨਹੀਂ ਦੇਖਿਆ ਜਾਂਦਾ, ਕੋਈ ਬੇਗਾਨਾ ਨਹੀਂ ਦੇਖਿਆ ਜਾਂਦਾ। ਸਿਆਸਤ ਦੇ ਵਿੱਚ ਜਿਹੜੀ ਹੈ ਇਸ ਹਮਾਮ 'ਚ ਸਾਰੇ ਨੰਗੇ ਜਿਹੜੇ ਆ, ਜੇ ਕਿਹਾ ਜਾਏ ਤਾਂ ਉਹ ਸਾਰੇ ਨੰਗਿਆਂ ਵਾਲਾ ਕੰਮ ਹੁੰਦਾ। ਕੋਈ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ, ਨਾ ਇਹ ਦੇਖਦਾ ਵੀ ਕੋਈ ਕਿੰਨਾ ਕੁ ਇਮਾਨਦਾਰ, ਕਿੰਨੇ ਕੁ ਲੋਕਾਂ ਵਾਸਤੇ ਉਹਨਾਂ ਨੇ ਕੰਮ ਕੀਤਾ ਹੈਗਾ, ਨਾ ਉਹ ਦੇਖਦਾ ਕਿ ਇਹ ਬੰਦੇ ਨੂੰ ਆਪਾਂ ਨੇ ਇਹ ਗੱਲ ਕਹਿਣੀ ਹੈ ਜਾਂ ਨਹੀਂ ਕਹਿਣੀ, ਕੀ ਅਸਰ ਪਵੇਗਾ ਜਨਤਾ ਦੇ ਉੱਤੇ ਵੀ ਇਹ ਗੱਲਾਂ ਕਰਕੇ ਇਹਨਾਂ ਦੇ ਬਾਰੇ ਕਹੀਏ। ਕੋਈ ਵੀ ਨਹੀਂ। ਸਿਆਸਤ ਦਾ ਮਤਲਬ ਹੁੰਦਾ ਵੀ ਜਿਹੜੀ ਵਿਰੋਧੀਆਂ ਨੂੰ ਦਬਾ ਕੇ ਤੇ ਆਪ ਕਿਸ ਤਰੀਕੇ ਨਾਲ ਆਪਾਂ ਸੱਤਾ ਦੇ ਵਿੱਚ ਸੱਤਾ ਨੂੰ ਹਾਸਲ ਕਰਨਾ ਹੈ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੀ ਇੱਕ ਸਾਫ਼ ਸੁਥਰੀ ਜਿਹੜੀ ਦਿੱਖ ਵਾਲੇ ਇਨਸਾਨ ਨੇ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਇਮਾਨਦਾਰੀ ਨਾਲ ਤੇ ਇੱਕ ਫਰਜ਼ ਨਿਭਾਏ ਨੇ ਆਪਣੇ, ਤੇ ਉਹਦਾ ਨਤੀਜਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਅੱਜ ਉਹਨਾਂ ਨੂੰ ਹੱਥੋਂ ਹੱਥ ਲੈ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਆ ਮਨ ਹੀ ਮਨ ਜਿਹੜਾ ਸਲਾਮ ਵੀ ਕਰ ਰਹੇ ਨੇ। ਪਰ ਵੇਖਣਾ ਇਹ ਹੋਏਗਾ ਕਿ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਕੀ ਸਿਆਸਤ ਉਹਨਾਂ ਨੂੰ ਰਾਸ ਆਏਗੀ, ਕਿਉਂਕਿ ਜਿੰਨੇ ਵੀ ਇਮਾਨਦਾਰ ਤਬਕੇ ਦੇ ਲੋਕ ਜਿੰਨੇ ਨੇ ਉਹ ਸਿਆਸਤ ਦੇ ਵਿੱਚ ਆਏ ਨੇ। ਚਾਹੇ ਤੁਸੀਂ ਆਪਾਂ ਫੂਲਕਾ ਸਾਹਿਬ ਦਾ ਨਾਮ ਲੈ ਲਈਏ, ਤੇ ਫੂਲਕਾ ਜਿਹੜੇ ਨੇ ਉਹ ਵੀ ਸਿਆਸਤ ਦੇ ਵਿੱਚ ਆਏ ਸੀਗੇ, ਪਰ ਉਹਨਾਂ ਨੂੰ ਜਦੋਂ ਹਾਲਾਤ ਇਸ ਤਰ੍ਹਾਂ ਦੇ ਦੇਖੇ ਤਾਂ ਉਹਨਾਂ ਨੇ ਆਪਣੀ ਜਿਹੜੇ ਆ ਵਕਾਲਤ ਵਾਲੇ ਪ੍ਰੋਫੈਸ਼ਨ ਦੇ ਵਿੱਚ ਹੀ ਵਾਪਸ ਮੁੜ ਜਾਣਾ ਜਿਹੜਾ ਬਿਹਤਰ ਸਮਝਿਆ। ਸੋ ਇਹ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਤਾਂ ਇਹ ਸਿਆਸਤ ਹਰੇਕ ਕਿਸੇ ਨੂੰ ਰਾਸ ਨਹੀਂ ਆਉਂਦੀ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਸਿਆਸਤ ਦੇ ਵਿੱਚ ਆਉਣ ਦਾ ਫੈਸਲਾ ਲੈਂਦੇ ਨੇ, ਕਿ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਕੋਈ ਅਜਿਹਾ ਅਹੁਦਾ ਦਿੱਤਾ ਜਾਣ ਦੇ ਜਿਹੜੀ ਉਹ ਕਬੂਲ ਕਰਦੇ ਨੇ ਜਿਹੜਾ ਕਿ ਉਹਨਾਂ ਨੂੰ ਸਿਆਸਤ ਦੇ ਵਿੱਚੋਂ ਆਉਣ ਨੂੰ ਵੀ ਰੋਕਦਾ ਤੇ ਉਹਨਾਂ ਦਾ ਜਿਹੜਾ ਮਕਸਦ ਵੀ ਹੱਲ ਹੁੰਦਾ। ਸੁਖਵਿੰਦਰ, ਬਿਲਕੁਲ। ਤਾਂ ਦੂਜੀ ਆਪਾਂ ਗੱਲਬਾਤ ਕਰੀਏ ਨਵਜੋਤ ਸਿੰਘ ਸਿੱਧੂ ਦੀ ਖਬਰ ਦੇ ਬਾਰੇ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪਟਿਆਲਾ ਦੇ ਵਿੱਚ, ਜਿਸ ਨੂੰ ਵੱਡਾ ਸਿਆਸੀ ਜਿਹੜਾ ਧਮਾਕਾ ਮੰਨਿਆ ਜਾ ਰਿਹਾ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ
ਮਾਫ ਕਰਨਾ, ਉਸ ਤੋਂ ਬਾਅਦ ਬਰਗਾੜੀ ਗਏ ਸੀ। ਬਰਗਾੜੀ ਜਾਣ ਤੋਂ ਬਾਅਦ ਬੜੀਆਂ ਚਰਚਾਵਾਂ ਛਿੜ ਗਈਆਂ ਸੀ ਨਵਜੋਤ ਸਿੰਘ ਸਿੱਧੂ ਦਾ ਉਹ ਮੁੱਦਾ ਚੁੱਕਣ ਤੋਂ ਬਾਅਦ। ਤਾਂ ਅੱਜ ਉਸੇ ਮੁੱਦੇ ਤੇ ਹੀ ਅੱਜ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਦੇ ਵਿੱਚ ਪੰਜਾਬ ਸਰਕਾਰ ਨੂੰ ਪੂਰਨ ਤਰੀਕੇ ਦੇ ਨਾਲ ਘੇਰਿਆ ਗਿਆ। ਘੇਰਿਆ ਇਸ ਤਰੀਕੇ ਦੇ ਨਾਲ ਗਿਆ ਕਿ ਉਹਦੇ ਵਿੱਚ ਅਕਾਲੀ ਵੀ ਆ ਗਏ ਤੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਆ ਗਏ। ਉਹਨਾਂ ਨੇ ਅਸਿੱਧੇ ਤੌਰ ਤੇ ਮਿਲੀ ਭੁਗਤ ਦਾ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ ਕੀ ਮਜਬੂਰੀ ਹੈ ਕਿ ਤੁਹਾਡੇ ਵਕੀਲ ਜਿਹੜੇ ਹੈਗੇ ਆ ਡੀਜੀਪੀ ਦੀ ਨਿਯੁਕਤੀ, ਸੁਰੇਸ਼ ਕੁਮਾਰ ਦੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਪੀ ਚਿਦੰਬਰਮ ਤੱਕ ਦੇ ਜਿਹੜੇ ਵਕੀਲ ਕੀਤੇ ਜਾ ਰਹੇ ਆ, ਪਰ ਇਸ ਮਾਮਲੇ ਦੇ ਵਿੱਚ ਵਕੀਲ ਪੇਸ਼ ਨਹੀਂ ਹੋਏ। ਤਾਂ ਕੀ ਮਜਬੂਰੀ ਹੈ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ? ਕੀ ਮਜਬੂਰੀ ਹੈ ਕਿ ਜਗਦੀਸ਼ ਜਿਹੜਾ ਭੋਲਾ ਉਹਦੇ ਬਿਆਨਾਂ ਦੇ ਉੱਪਰ ਜਿਹੜੇ ਲੋਕਾਂ ਦਾ, ਰਾਜਨੀਤਿਕ ਲੋਕਾਂ ਦਾ ਉਹ ਨਾਮ ਲੈ ਰਿਹਾ ਕਿ ਇਹ ਲੋਕ ਮੇਨ ਸੀਗੇ ਡਰੱਗ ਮਾਮਲੇ ਦੇ ਵਿੱਚ, ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ। ਕਿਵੇਂ ਦੇਖਦੇ ਹੋ ਕਿ ਜਿਹੜਾ ਹੁਣ ਰੁਖ ਅਖਤਿਆਰ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦਾ ਆਪਣੇ ਪ੍ਰਤੀ, ਆਪਣੀ ਸਰਕਾਰ ਦੇ ਪ੍ਰਤੀ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ? ਦੇਖੋ, ਇਸ ਤਰ੍ਹਾਂ ਹੈ ਕਿ ਨਵਜੋਤ ਸਿੰਘ ਸਿੱਧੂ ਹੁਣੀ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਚਾਰੋਂ ਪਾਸੋਂ ਘੇਰਿਆ ਗਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸੱਤਾ ਜਿਹੜੀ ਸਿਖਰਾਂ ਦੇ ਉੱਤੇ ਸੀ ਤੇ ਉਸ ਵੇਲੇ ਸਾਰੇ ਮੰਤਰੀ ਸੰਤਰੀ ਤੇ ਜਿੰਨੇ ਵੀ ਉਹਨਾਂ ਦੇ MLA ਸੀਗੇ ਉਹ ਜਿਹੜੇ ਇੱਕ ਵੀ ਜਿਹੜਾ ਉਹਨਾਂ ਦੇ ਹੱਕ 'ਚ ਨਹੀਂ ਭੁਗਤਿਆ, ਜਦ ਕਿ ਜਿਹੜਾ ਉਹਨਾਂ ਦਾ ਇੱਕ ਧੜਾ ਸੀਗਾ ਉਹ ਤਾਂ ਉਹਨਾਂ ਦੇ ਖਿਲਾਫ ਹੀ ਚੱਲਦਾ ਰਿਹਾ। ਤੇ ਹੁਣ ਜਿਹੜਾ ਸਮਾਂ ਹੈ ਉਹ ਇਸ ਵੇਲੇ ਚੋਣਾਂ ਨੇੜੇ ਆ ਚੁੱਕੀਆਂ ਨੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਸ ਵੇਲੇ ਲੋਹਾ ਗਰਮ ਦੇਖ ਕੇ ਜਿਹੜਾ ਉਹ ਵਾਰ ਕਰ ਰਹੇ ਨੇ। ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਰੱਖੀ ਹੈ, ਮੌਨ ਵਰਤ ਜੇ ਆਪਾਂ ਕਹਿ ਸਕਦੇ ਹਾਂ ਤੇ ਇਹਨੂੰ ਮੌਨ ਵਰਤ ਰੱਖਿਆ ਹੈਗਾ। ਜਿੱਦਾਂ ਕਿ ਖਬਰਾਂ ਨਿਕਲ ਕੇ ਬਾਹਰ ਆਈਆਂ ਨੇ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਵੀ ਆਪਣੀ ਹਵਾ ਬਣਾਏ ਜਾਣ ਦੀ ਗੱਲ ਆਖੀ ਹੈ ਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਇਹ ਚੀਜ਼ਾਂ ਨੂੰ ਜਿਹੜਾ ਮਾਮਲੇ ਨੂੰ ਗਰਮ ਕਰ ਰਿਹਾ। ਦੂਜਾ ਜਿਹੜਾ ਹੈਗਾ, ਜਿਉਂ ਹੀ STF ਦੀ ਰਿਪੋਰਟ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਰਿਪੋਰਟ ਨੂੰ ਖਾਰਜ ਕੀਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਸ਼ਾਇਦ ਇਹ ਯਾਦ ਆ ਗਿਆ ਕਿ ਉਹਨਾਂ ਨੇ ਸਟੇਜਾਂ ਦੇ ਉੱਤੋਂ ਜਿਹੜਾ ਬੜਕ ਮਾਰ ਕੇ ਇੱਥੋਂ ਤੱਕ ਗਿਆ ਸੀਗਾ ਕਿ ਜੇਕਰ ਇਹ ਮਾਮਲੇ ਦੇ ਵਿੱਚ ਮੈਂ ਦੋਸ਼ੀਆਂ ਨੂੰ ਸਜ਼ਾ ਨਾ ਦਵਾ ਸਕੇ ਸੀ ਤਾਂ ਮੈਂ ਸਿਆਸਤ ਛੱਡ ਦਾਂਗਾ। ਤੇ ਹੁਣ ਜਦੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਜਿਹੜਾ ਉਹ ਮਾਮਲਾ ਜਿਹੜਾ ਉਹ ਧੁੰਦਲਾ ਪੈਂਦਾ ਜਾ ਰਿਹਾ, ਖਟਾਈ 'ਚ ਪੈਂਦਾ ਜਾ ਰਿਹਾ, ਤਾਂ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਆਪਣਾ ਉਹ ਵਾਅਦਾ ਯਾਦ ਆਇਆ ਕਿ ਮੈਂ ਜਨਤਾ ਨੂੰ ਕੀ ਜਵਾਬ ਦੇਵਾਂਗਾ। ਕਿਉਂਕਿ ਨਵਜੋਤ ਸਿੰਘ ਸਿੱਧੂ ਉੱਦਾਂ ਦੇ ਸ਼ਖਸ ਨਹੀਂ ਹਨ ਕਿ ਜਿਹੜਾ ਗੱਲ ਕਰਕੇ ਮੁੱਕਰ ਜਾਣ ਤੇ ਉਹ ਗੱਲ ਲੋਕਾਂ ਨੂੰ ਜਿਹੜੇ ਉਹ ਜਵਾਬ ਦੇਣਾ ਉਹਨਾਂ ਨੂੰ ਔਖਾ ਹੋ ਜਾਏ ਜਾਂ ਉਹ ਹੱਸ ਕੇ ਕਹਿ ਦੇਣ ਕਿ ਨਹੀਂ ਤੁਸੀਂ ਮੇਰੇ ਮਾਮਲੇ ਦਾ ਜਿਹੜਾ ਗੱਲ ਦਾ ਮਤਲਬ ਗਲਤ ਕੱਢ ਲਿਆ, ਇਹ ਤੁਸੀਂ ਗੱਲ ਨੂੰ ਜਿਹੜਾ ਹੋਰ ਤਰੀਕੇ ਤੋੜ ਮਰੋੜ ਕੇ ਮੇਰੇ ਬਿਆਨ ਨੂੰ ਪੇਸ਼ ਕਰਤਾ। ਉਹ ਇਦਾਂ ਦੇ ਨਹੀਂ ਹੈਗੇ। ਇਹ ਚੀਜ਼ ਨੂੰ ਜਾਂ ਤਾਂ ਉਹ ਜਵਾਬ ਦੇਣਗੇ ਤੇ ਜਾਂ ਫਿਰ ਬਿਲਕੁਲ ਉਹ ਨਹੀਂ ਦੇਣਗੇ। ਜੋ ਸਿੱਧਾ ਕਹਿ ਦੇਣਗੇ ਮੈਂ ਇਸ ਗੱਲ ਦਾ ਜਵਾਬ ਨਹੀਂ ਦੇਣਾ, ਕਦੇ ਵੀ ਜਿਹੜਾ ਆਪਣੀ ਗੱਲ ਤੋਂ ਫਿਰਦੇ ਨਹੀਂ ਹੈਗੇ। ਸੋ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਹੁਣ ਸਿੱਧਾ ਜਿਹੜਾ ਉਹ ਮੋਰਚਾ ਖੋਲ ਦਿੱਤਾ। ਪਹਿਲਾਂ ਉਹ ਪੱਤਰਕਾਰ ਸੰਮੇਲਨ ਕਰਦੇ ਨੇ ਪਟਿਆਲੇ ਦੇ ਵਿੱਚ, ਉਸ ਤੋਂ ਬਾਅਦ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਮੱਥਾ ਟੇਕਦੇ ਨੇ ਤੇ ਉੱਥੇ ਜਿਹੜਾ ਆਪਣੀ ਸਰਕਾਰ ਦੇ ਖਿਲਾਫ ਜਿਹੜੇ ਵੱਡੇ ਸਵਾਲ ਖੜੇ ਕਰਦੇ ਨੇ। ਤੇ ਫਿਰ ਜਿਹੜਾ ਹੁਣ ਅੱਜ ਫਿਰ ਜਿਹੜਾ ਜਿਸ ਤਰੀਕੇ ਨਾਲ ਪੱਤਰਕਾਰ ਸੰਮੇਲਨ ਪਟਿਆਲੇ ਦੇ ਵਿੱਚ ਹੀ ਕੀਤਾ ਗਿਆ ਤੇ ਇਹ ਨਾ ਚਰਚਾਵਾਂ ਨੂੰ ਜਿਹੜਾ ਹੋਰ ਹਵਾ ਦੇ ਗਿਆ ਕਿ ਪਟਿਆਲੇ ਦੇ ਵਿੱਚ ਹੀ ਵਾਰ-ਵਾਰ ਜਿਹੜੀਆਂ ਨੇ ਉਹ ਪੱਤਰਕਾਰ ਸੰਮੇਲਨ ਕਿਉਂ ਕੀਤੇ ਜਾ ਰਹੇ ਨੇ। ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਘਰ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਘਰ ਜਿਹੜਾ ਅੱਜ ਕੱਲ੍ਹ ਉਹ ਇਹ ਘੱਟ ਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਇੱਥੇ ਘਰ ਘੱਟ ਹੀ ਰਹਿੰਦੇ ਨੇ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੀ ਇਹ ਪਟਿਆਲੇ ਘਰ ਹੈ, ਪਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਚੋਣ ਲੜੀ ਸੀ ਉਹਨਾਂ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਇਹ ਕਹਿ ਕੇ ਕਿ ਮੈਂ ਪਟਿਆਲੇ 'ਚ ਆਵਾਂਗਾ ਹੀ ਨਹੀਂ ਤੇ ਇਹ ਆਪਣਾ ਘਰ ਇੱਥੋਂ ਛੱਡ ਚੁੱਕੇ ਸੀਗੇ ਉਹ ਇੱਕ ਕਿਸਮ ਦਾ। ਤੇ ਪਟਿਆਲਿਆਂ ਵਾਸੀਆਂ ਨੂੰ ਜਿਹੜਾ ਉਹਨਾਂ ਨੇ ਪੱਲਾ ਉਹਨਾਂ ਦਾ ਛੱਡਤਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਘਰ ਜਿਹੜਾ ਇੱਥੇ ਹੁਣ ਵੀ ਹੈਗਾ, ਉੱਥੇ ਆਉਂਦੇ ਨੇ ਪੱਕਾ। ਉਹਨਾਂ ਨੇ ਇਹ ਕਦੇ ਨਹੀਂ ਕਿਹਾ ਮੈਂ ਪਟਿਆਲਾ ਨਹੀਂ ਆਵਾਂਗਾ ਦੁਬਾਰਾ। ਪਟਿਆਲੇ ਆ ਕੇ ਵਾਰ-ਵਾਰ ਆ ਕੇ ਪੱਤਰਕਾਰ ਸੰਮੇਲਨ ਕਰਨਾ ਇੱਕ ਚੀਜ਼ ਨੂੰ ਹਵਾ ਹੋਰ ਵੀ ਦਿੰਦਾ ਕਿ ਜਿਸ ਤਰੀਕੇ ਨਾਲ ਇਹ ਚਰਚਾ ਛਿੜੀ ਸੀ ਕਿ ਨਵਜੋਤ ਕੌਰ ਸਿੱਧੂ ਨੂੰ ਪਟਿਆਲੇ ਤੋਂ ਜਿਹੜਾ ਉਹ ਚੋਣ ਲੜਾਏ ਜਾਣ ਦੀ ਗੱਲ ਜਿਹੜੀ ਆ ਉਹ ਬਾਹਰ ਨਿਕਲ ਕੇ ਸਾਹਮਣੇ ਆ ਰਹੀ ਹੈ। ਬੇਸ਼ੱਕ ਇੱਥੋਂ ਨਵਜੋਤ ਕੌਰ ਸਿੱਧੂ ਜਿਹਨੂੰ ਨੂੰ ਜਿਤਾਉਣ ਦੇ ਵਿੱਚ ਉਹ ਕਾਮਯਾਬ ਨਾ ਰਹਿਣ, ਲੇਕਿਨ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਉਹਨਾਂ ਦੇ ਵਿੱਚ ਆਪਸੀ ਦੀ ਸ਼ਬਦੀ ਜੰਗ ਚੱਲੀ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੀ ਮਨਾਈ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਆਪਣਾ ਅਹੁਦਾ ਛੱਡਣਾ ਪਿਆ ਮੰਤਰੀ ਦਾ ਤੇ 2 ਸਾਲ ਤੱਕ ਚੁੱਪੀ ਵੀ ਰੱਖਣੀ ਪਈ। ਤੇ ਉਹ ਸਮਾਂ ਹੁਣ ਆ ਗਿਆ ਕਿ ਸ਼ਾਇਦ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਜਵਾਬ ਦੇਣਾ ਚਾਹੁੰਦੇ ਨੇ ਇੱਥੋਂ ਚੋਣ ਲੜਵਾ ਕੇ ਵੀ ਚਾਹੇ ਮੈਂ ਜਿੱਤਾਂ ਚਾਹੇ ਅਸੀਂ ਹਾਰੀਏ। ਲੱਗਦਾ ਹੈ ਕਿ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਲੇਟ ਹੋ ਰਹੇ ਹੋ, ਤੁਸੀਂ ਬਾਹਰ ਆਓ, ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ, ਲੋਕਾਂ ਦੇ ਹੱਕ ਦੇ ਵਿੱਚ ਬੋਲੋ, ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਰਗਾੜੀ ਤੋਂ ਬਾਅਦ ਜੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੇਬਾਕ ਹੋ ਕੇ ਬੋਲਦੇ ਨੇ, ਉਹਨਾਂ ਨੇ ਪਰਵਾਹ ਨਹੀਂ ਕੀਤੀ ਆਪਣੀ ਸਰਕਾਰ ਤੇ ਸਵਾਲ ਚੁੱਕੇ, ਕੀ ਲੱਗਦਾ ਹੈ ਕਿ ਲੋਕ ਜਿਹੜੇ ਸਮਾਂ ਮੰਗਦੇ ਸੀ ਕਿ ਬਾਹਰ ਆਓ ਆਵਾਜ਼ ਬੁਲੰਦ ਕਰੋ ਕਿ ਉਹੀ ਸਮਾਂ ਹੁਣ ਆ ਗਿਆ
ਤੇ ਆਉਣ ਵਾਲੇ ਭਵਿੱਖ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਤੇ ਆਪਣੀ ਹੀ ਸਰਕਾਰ ਦੀਆਂ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਵਧਾ ਸਕਦੇ ਨੇ? ਦੇਖੋ ਸੁਖਵਿੰਦਰ, ਇਹਦੇ 'ਚ ਸਮਾਂ ਆ ਗਿਆ ਹੈ, ਇਸ ਨੂੰ ਦੂਜੇ ਐਂਗਲ ਤੋਂ ਵੀ ਦੇਖਿਆ ਜਾ ਸਕਦਾ। ਸਮਾਂ ਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਦਾ ਸਮਾਂ ਪਹਿਲਾਂ ਵੀ ਕਦੇ ਗਿਆ ਨਹੀਂ ਸੀ। ਨਵਜੋਤ ਸਿੰਘ ਸਿੱਧੂ ਇੱਕ ਅਜਿਹੇ ਜਿਹੜੇ ਸ਼ਖਸ ਨੇ, ਮੈਂ ਨਵਜੋਤ ਸਿੰਘ ਸਿੱਧੂ ਦੇ ਸਮੇਂ ਦੀ ਕੁਲਵੰਤ ਗੱਲ ਨਹੀਂ ਕਰ ਰਿਹਾ, ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਜਿਹੜੇ ਲੋਕ ਕਹਿੰਦੇ ਸੀ ਕਿ ਹੁਣ ਤੁਸੀਂ ਬਾਹਰ ਆਉਣ ਦਾ ਸਮਾਂ, ਤੁਸੀਂ ਬਾਹਰ ਆ ਕੇ ਆਵਾਜ਼ ਬੁਲੰਦ ਕਰੋ। ਉਸੇ ਗੱਲ ਤੇ ਆ ਰਿਹਾ, ਮੈਂ ਉਸੇ ਗੱਲ ਤੇ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸ਼ਖਸੀਅਤ ਕਦੇ ਵੀ ਅਜਿਹੀ ਨਹੀਂ ਰਹੀ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਜਨਤਾ ਨੇ ਨਕਾਰਿਆ ਹੋਵੇ। ਨਵਜੋਤ ਸਿੰਘ ਸਿੱਧੂ ਜਿੱਥੋਂ ਵੀ ਮਰਜ਼ੀ ਖੜਦੇ ਸ਼ਾਇਦ ਉਹ ਜਿੱਤ ਜਾਂਦੇ। ਪਰ ਗੱਲ ਇਹ ਹੈਗੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਕੋਈ ਵੱਡਾ ਸਥਾਨ ਹਾਸਲ ਕਰਨਾ ਹੈ ਤਾਂ ਉਹਦੇ ਲਈ ਉਹਨਾਂ ਨੂੰ ਆਪਣੇ ਨਾਲ ਲੋਕ ਜੋੜਨੇ ਪੈਣਗੇ। ਤੇ ਜੇਕਰ ਉਹ ਜੋੜਦੇ ਨਹੀਂ ਹਨ, ਤੇ ਜੇਕਰ ਉਹ ਸਮਾਂ ਉਹ ਸੋਚਦੇ ਨੇ ਵੀ ਹੁਣ ਸਮਾਂ ਆ ਗਿਆ ਹੈ, ਤਾਂ ਇਹ ਸਮਾਂ ਫਿਰ ਜਿਹੜਾ ਆਇਆ ਇਹ ਬਹੁਤ ਘੱਟ ਹੈ। ਇਸ ਸਮੇਂ ਦੇ ਵਿੱਚ ਉਹ ਆਪ ਤਾਂ ਆਪਣੀ ਸੀਟ ਕੱਢ ਜਾਣਗੇ, ਆਪਣੀ ਪਤਨੀ ਨੂੰ ਵੀ ਜੇ ਕਿਤੋਂ ਖੜਾ ਲੈਣ ਤਾਂ ਸ਼ਾਇਦ ਉਹ ਵੀ ਕੱਢ ਜਾਣਗੇ। ਲੇਕਿਨ ਜੇਕਰ ਉਹ ਕਹਿਣਗੇ ਵੀ ਮੈਂ ਆਪਣਾ ਧੜਾ ਖੜਾ ਕਰਕੇ ਤੇ ਇੱਕ ਵੱਡਾ ਜਿਹੜਾ ਸਮਰਾਜ ਜਿਹੜਾ ਉਹਨਾਂ ਦਾ ਆਪਣੇ ਨਾਲ ਖੜਾ ਹੋ ਜਾਏਗਾ, ਉਹਨਾਂ ਦੇ ਲੋਕ ਐਮਐਲਏ ਉਹਨਾਂ ਦੇ ਨਾਲ ਖੜੇ ਹੋ ਜਾਣਗੇ, ਉਹ ਸਮਾਂ ਹੁਣ ਲੰਘ ਚੁੱਕਿਆ। ਤੇ ਉਸ ਸਮੇਂ ਦੇ ਵਿੱਚ ਜਿਹੜਾ ਉਹ ਕਾਫੀ ਇਹਨਾਂ ਨੂੰ ਮੁਸ਼ੱਕਤ ਕਰਨੀ ਪਏਗੀ ਤੇ ਕਾਫੀ ਸਮਾਂ ਜਿਹੜਾ ਉਹ ਬਰਬਾਦ ਹੋ ਚੁੱਕਾ। ਇਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸਮਾਂ ਪਿਛਲੇ ਸਮੇਂ ਦੇ ਦੌਰਾਨ ਉਹ ਚੁੱਪ ਰਹੇ ਨੇ, ਜੇਕਰ ਉਹ ਪੂਰੇ ਪੰਜਾਬ 'ਚ ਘੁੰਮਦੇ ਤੇ ਆਪਣਾ ਕੈਡਰ ਖੜਾ ਕਰਦੇ, ਆਪਣੇ ਜਿਹੜੇ ਲੋਕ ਖੜੇ ਕਰਦੇ, ਤੇ ਸ਼ਾਇਦ ਜਿਹੜਾ ਇਹ ਹੁਣ ਜਿਹੜਾ ਜੇਕਰ ਚੁੱਪ ਰਹਿੰਦੇ ਤੇ ਹੁਣ ਬੋਲਦੇ ਆ ਕੇ, ਤਾਂ ਫਿਰ ਆਪਾਂ ਕਹਿ ਸਕਦੇ ਸੀ ਵੀ ਹੁਣ ਸਮਾਂ ਆ ਗਿਆ। ਬਾਕੀ ਦੇ ਲੋਕ ਵੀ ਇਹਨਾਂ ਦੇ ਨਾਲ ਖੜੇ ਹੋਏ ਨੇ, ਬਾਕੀ ਦੇ ਜਿਹੜੇ ਆਗੂ ਨੇ ਉਹ ਵੀ ਇਹਨਾਂ ਨਾਲ ਖੜੇ ਹੋਏ ਨੇ। ਤੇ ਹੁਣ ਜੇਕਰ ਇਹ ਬੋਲਦੇ ਨੇ ਤਾਂ ਜਿਹੜਾ ਹਾਈ ਕਮਾਂਡ ਤੇ ਵੀ ਦਬਾਅ ਪਏਗਾ, ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਵੀ ਦਬਾਅ ਪਏਗਾ। ਪਰ ਇੱਥੇ ਨਵਜੋਤ ਸਿੰਘ ਸਿੱਧੂ ਆਪਣੇ ਆਪ 'ਚ ਤਾਂ ਇੱਕ ਸੰਸਥਾ ਹੈਗੇ ਨੇ, ਪਰ ਇਹਨਾਂ ਦੇ ਨਾਲ ਜਿਹੜੇ ਨੇ ਲੋਕ ਜਿਹੜੇ ਨੇ ਉਹ ਆਪਾਂ ਅਗਰ ਕਹੀਏ ਤਾਂ ਉਹ ਨਾਲ ਇਹਨਾਂ ਦੇ ਬਹੁਤੇ ਲੋਕ ਜਿਹੜੇ ਨੇ ਉਹ ਆਗੂ, ਜੇਕਰ ਆਪਾਂ ਉਹ ਬਾਅਦ ਵਿੱਚ ਜਾ ਕੇ ਐਮਐਲਏ ਬਣਦੇ ਨੇ ਜਾਂ ਕੁਛ ਵੀ ਬਣਦੇ ਨੇ ਤਾਂ ਉਹ ਇਹਨਾਂ ਦੇ ਨਾਲ ਨਹੀਂ ਨੇ। ਪਿਛਲੇ ਸਮੇਂ ਦੇ ਦੌਰਾਨ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਚੋਣਾਂ ਦੇ ਦੌਰਾਨ ਇਹਨਾਂ ਵੱਲੋਂ ਆਪਣੇ ਕੁਛ ਬੰਦਿਆਂ ਨੂੰ ਟਿਕਟਾਂ ਦਿੱਤੇ ਜਾਣ ਦੀ ਵੀ ਗੱਲ ਕੀਤੀ ਸੀ, ਤਾਂ ਉਹ ਵੀ ਜਿਹੜੀ ਨਕਾਰ ਦਿੱਤੀ ਗਈ ਸੀ। ਤੇ ਜਦੋਂ ਆਪਣੀ ਇੰਨੀ ਗੱਲ ਤੱਕ ਨਹੀਂ ਮਨਾ ਸਕੇ ਤੇ ਫਿਰ ਉਹ ਹੁਣ ਜੇਕਰ ਆਪਾਂ ਸੋਚੀਏ ਵੀ ਇੱਥੇ ਆ ਕੇ ਅੱਗੇ ਚੱਲ ਕੇ ਕੁਛ ਕਰ ਲੈਣਗੇ, ਉਹ ਸਮਾਂ ਤਾਂ ਨਹੀਂ ਹੈਗਾ। ਲੇਕਿਨ ਸਰਕਾਰ ਨੂੰ ਮੁਸ਼ਕਲ 'ਚ ਪਾਉਣ ਦਾ ਸਮਾਂ ਜ਼ਰੂਰ ਹੈਗਾ। ਜੇਕਰ ਹੁਣ ਬੋਲਦੇ ਨੇ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਹੋਣਗੇ, ਸਰਕਾਰ ਹੋਏਗੀ, ਉਹਨਾਂ ਨੂੰ ਮੁਸ਼ਕਲ 'ਚ ਪਾਉਣ ਦਾ ਸਮਾਂ ਜ਼ਰੂਰ ਹੈਗਾ। ਆਪਾਂ ਇਸ ਗੱਲ ਨਾਲ ਬਿਲਕੁਲ ਤੁਹਾਡੇ ਨਾਲ ਸਹਿਮਤ ਹੈਗੇ ਆ ਵੀ ਇਹ ਸਮਾਂ ਜਿਹੜਾ ਸਰਕਾਰ ਨੂੰ ਮੁਸ਼ਕਲ 'ਚ ਪਾਉਣ ਦਾ ਤਾਂ ਜ਼ਰੂਰ ਹੈ। ਇਸ ਪਾਸੇ ਨੂੰ ਤੁਰ ਪਏ ਨੇ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਪਾਰਟੀ ਨਾ ਛੱਡਣ। ਸ਼ਾਇਦ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਨੇ ਕਿ ਮੈਂ ਹਾਈ ਕਮਾਨ ਦੇ ਅੱਗੇ, ਲੋਕਾਂ ਦੇ ਅੱਗੇ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਛਵੀ ਕੱਢ ਕੇ ਲਿਆਵਾਂ ਕਿ ਇਸ ਤਰੀਕੇ ਦੀ ਛਵੀ ਹੈ ਕਿ ਲੋਕ ਵੀ ਉਹਨਾਂ ਨੂੰ ਪਸੰਦ ਨਾ ਕਰਨ। ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਲੋਕ ਚਾਹੁੰਦੇ ਨੇ ਕਿ ਦੁਬਾਰਾ ਸਰਕਾਰ ਰਿਪੀਟ ਹੋਏਗੀ, ਤਾਂ ਜਿਹੜੀ ਹਾਈ ਕਮਾਨ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ। ਉਹਨਾਂ ਦੋਨਾਂ ਲੋਕਾਂ ਦੇ ਅੱਗੇ ਤੇ ਹਾਈ ਕਮਾਨ ਦੇ ਅੱਗੇ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਇਹ ਸਾਹਮਣੇ ਲਿਆਉਣਾ ਚਾਹੁੰਦੇ ਤਾਂ ਜੋ ਉਹਨੂੰ ਪਿੱਛੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਂਦਾ ਜਾ ਸਕੇ। ਕਿ ਇਸ ਪਾਸੇ ਨੂੰ ਨਵਜੋਤ ਸਿੰਘ ਸਿੱਧੂ ਤੁਰ ਪਏ ਨੇ? ਦੇਖੋ ਸੁਖਵਿੰਦਰ, ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਸਾਫ਼ ਕਰਦਾ ਕਿ ਜਿੱਥੇ ਤੱਕ ਮੇਰੀ ਜਾਚੇ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜਿੱਥੇ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਹੋਰ ਪਾਰਟੀ ਜੁਆਇਨ ਕਰ ਲੈਣਗੇ, ਉਹ ਆਪਣੀ ਪਾਰਟੀ ਬਣਾ ਲੈਣਗੇ, ਉਹ ਕਿਤੇ ਪੂਰਾ ਧੜਾ ਬਣਾ ਕੇ ਉਹ ਵੱਖਰੀ ਚੋਣ ਲੜਨਗੇ, ਮੇਰੀ ਚਾਚੇ ਇਹ ਵਾਲਾ ਜਿਹੜੀ ਸੋਚ ਹੈ ਲੋਕਾਂ ਦੀ ਇਹ ਗਲਤ ਹੈ। ਕਿਉਂਕਿ ਇਹੀ ਕੁਛ ਜਿਹੜਾ ਹੈਗੇ ਨੇ ਉਹਨਾਂ ਦੇ ਵਿਰੋਧੀ ਚਾਹੁੰਦੇ ਨੇ ਕਿ ਉਹ ਬਾਹਰ ਨਿਕਲਣ ਪਾਰਟੀ ਚੋਂ। ਤੇ ਉਹਨਾਂ ਦੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਉਹ ਭਾਰਤੀ ਜਨਤਾ ਪਾਰਟੀ ਚੋਂ ਨਿਕਲ ਚੁੱਕੇ ਨੇ, ਅਕਾਲੀਆਂ ਨਾਲ ਉਹਨਾਂ ਦੀ ਵੈਸੇ ਨਹੀਂ ਬਣਦੀ ਹੈਗੀ। ਆਮ ਆਦਮੀ ਪਾਰਟੀ ਵਾਲਿਆਂ ਨਾਲ ਜਿਹੜਾ ਵੀ ਉਹ ਚਰਚਾ ਛਿੜੀ ਸੀ ਕਿ ਉਹਨਾਂ ਨੇ ਵੀ ਉਹਨਾਂ ਨਾਲ ਗੱਲਬਾਤ ਚੱਲੀ ਸੀ, ਕੇਜਰੀਵਾਲ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਨੂੰ ਨਹੀਂ ਦਿੱਤਾ। ਸੋ ਕੁੱਲ ਮਿਲਾ ਕੇ ਜਿਹੜੀਆਂ ਸਾਰੀਆਂ ਚਰਚਾਵਾਂ ਇਹ ਰਹੀਆਂ ਨੇ ਕਿ ਉਹ ਜੇਕਰ ਹੁਣ ਨਿਕਲਦੇ ਨੇ ਤਾਂ ਫਿਰ ਅੱਗੇ ਭਵਿੱਖ ਕੀ ਹੈ। ਤੇ ਉਹ ਨਵਜੋਤ ਸਿੰਘ ਸਿੱਧੂ ਮੇਰੇ ਹਿਸਾਬ ਨਾਲ ਪਾਰਟੀ ਤਾਂ ਨਹੀਂ ਛੱਡਣਗੇ, ਪਰ ਇੰਨਾ ਜ਼ਰੂਰ ਹੈ ਕਿ ਹਾਈ ਕਮਾਂਡ ਦੀ ਨਿਗਾਹ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਹਾਈ ਕਮਾਂਡ ਦੀ ਨਿਗਾਹ ਦੇ ਵਿੱਚ ਅੱਗੇ ਉਹ ਆਪਣੇ ਉਹਨਾਂ ਦਾ ਕੱਦ ਵੀ ਉੱਚਾ ਹੁੰਦਾ ਹੈ ਤੇ ਉਹ ਇਸ ਸਮੇਂ ਦੇ ਦੌਰਾਨ ਜਿਹੜੇ ਆਪਣੇ ਨਾਲ ਬੰਦੇ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਤੱਕ ਆਪਣੇ ਨਾਲ ਉਹ ਬੰਦੇ ਜੋੜਨ 'ਚ ਕਾਮਯਾਬ ਨਹੀਂ ਰਹਿੰਦੇ, ਉਦੋਂ ਤੱਕ ਉਹ ਅੱਗੇ ਆਪਣੀ ਇਸ ਲੜਾਈ ਨੂੰ ਅੱਗੇ ਨਹੀਂ ਵਧਾ ਸਕਣਗੇ। ਪਿਛਲੀ ਵਾਰ ਵੀ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਤਰੀਕੇ ਦੇ ਨਾਲ ਬਠਿੰਡਾ ਰੈਲੀ ਦੇ ਵਿੱਚ 75-25 ਤੇ ਚਾਚੇ ਭਤੀਜੇ ਦੀ ਸਰਕਾਰ ਦਾ ਜਿਹੜਾ ਇੱਕ ਵੱਡਾ ਜਿਹੜਾ ਬਿਆਨ ਦਿੱਤਾ ਸੀ, ਫਿਰ ਉਹਦਾ ਖਮਿਆਜਾ ਕੀ ਭੁਗਤਣਾ ਪਿਆ? ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਤੋਂ ਸਥਾਨਕ ਸਰਕਾਰਾਂ ਮਹਿਕਮਾ ਖੋਲਿਆ ਗਿਆ ਤੇ ਉਹਨਾਂ ਨੂੰ ਬਿਜਲੀ ਮਹਿਕਮਾ ਦੇ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। 2 ਸਾਲ ਉਹਨਾਂ ਦੀ ਚੁੱਪੀ। ਮੈਂ ਉਹੀ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਛਵੀ ਲੋਕਾਂ ਸਾਹਮਣੇ ਲਿਆ ਕੇ ਲੋਕਾਂ ਦੇ ਦਿਲੋਂ ਵੀ ਉਹਨਾਂ ਨੂੰ ਉਤਾਰਨਾ ਚਾਹੁੰਦੇ ਨੇ, ਹਾਈ ਕਮਾਨ ਦੇ ਦਿਲੋਂ ਵੀ ਉਤਾਰਨਾ ਚਾਹੁੰਦੇ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਵੀ ਉਤਾਰਨਾ ਚਾਹੁੰਦੇ ਨੇ। ਕੁੱਲ ਮਿਲਾ ਕੇ ਕੁਰਸੀ ਤੋਂ ਉਤਾਰਨਾ ਜਿਹੜਾ ਥੋੜਾ ਜਿਹਾ ਹਲੇ ਔਖਾ ਲੱਗਦਾ,
ਕੁਰਸੀ ਤੇ ਉਤਾਰਨ ਲਈ ਉਹਨਾਂ ਨੂੰ ਫਿਰ ਮੈਂ ਕਹਾਂਗਾ ਕੋਸ਼ਿਸ਼ਾਂ ਮੈਂ ਕਹਿ ਰਿਹਾ ਜਿਸ ਤਰੀਕੇ ਦੇ ਨਾਲ ਖੁਲਾਸੇ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸਾਰੇ ਕਰਦੇ ਨੇ। ਹਰ ਇੱਕ ਐਮਐਲਏ ਚਾਹੁੰਦਾ ਹੋਏਗਾ ਕਿ ਮੈਂ ਮੰਤਰੀ ਬਣ ਜਾ, ਮੈਂ ਮੁੱਖ ਮੰਤਰੀ ਬਣ ਜਾ, ਲੇਕਿਨ ਕੋਸ਼ਿਸ਼ਾਂ ਜਿਹੜੀਆਂ ਨੇ ਜਿਹੜੀ ਉਹਦੇ ਵਾਸਤੇ ਜਿਹੜਾ ਉਹ ਆਪਾਂ ਨੂੰ ਇੱਕ ਟਾਰਗੇਟ ਵੀ ਹੋਣਾ ਚਾਹੀਦਾ, ਆਪਣੀ ਇੱਕ ਸ਼ਕਤੀ ਦਾ ਅਹਿਸਾਸ ਵੀ ਹੋਣਾ ਚਾਹੀਦਾ ਵੀ ਆਪਣੇ ਨਾਲ ਕਿੰਨੀ ਕੁ ਸ਼ਕਤੀ ਹੈ ਜਿਹੜੀ ਕਿ ਆਪਾਂ ਇਸ ਕੰਮ ਨੂੰ ਕਰ ਸਕਦੇ ਹਾਂ। ਜੇ ਮੈਂ ਕਹਾਂ ਵੀ ਮੈਂ ਪਹਾੜ ਹਿਲਾ ਦਾਂਗਾ ਤੇ ਮੈਨੂੰ ਪਤਾ ਵੀ ਮੇਰੇ ਅੰਦਰ ਸ਼ਕਤੀ ਤਾਂ ਹੈ ਨਹੀਂ, ਮੈਂ ਪਹਾੜ ਕਿਵੇਂ ਹਿਲਾ ਦੂੰਗਾ। ਇਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਮੇਰੇ ਅੰਦਰ ਕਿੰਨੀ ਕੁ ਤਾਕਤ ਹੈਗੀ ਹੈ, ਮੈਂ ਕੀ ਇਹ ਕੰਮ ਕਰ ਸਕਦਾ, ਮੇਰੇ ਨਾਲ ਕਿੰਨਾ ਕੁ ਹਥਿਆਰ ਹੈਗੇ ਨੇ, ਕਿੰਨਾ ਕੁਛ ਹੈਗਾ ਮੇਰੇ ਨਾਲ ਕਿ ਮੈਂ ਕੰਮ ਕਰ ਸਕਦਾ। ਜੇ ਕੰਮ ਕਰਨ ਲਈ ਆਪਣੇ ਕੋਲ ਪੂਰਾ ਸਾਰਾ ਕੁਛ ਆਪਣਾ ਮਟੀਰੀਅਲ ਪੂਰਾ ਹੈਗਾ ਤਾਂ ਫਿਰ ਆਪਾਂ ਕਰਦੇ ਹਾਂ, ਤਾਂ ਦੇਖਣ ਵਾਲੇ ਨੂੰ ਲੱਗੇਗਾ ਵੀ ਮੁਕਾਬਲਾ ਹੁਣ ਉਹ ਜਿਹੜਾ ਬਰਾਬਰ ਦਾ ਹੈਗਾ। ਪਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਇਕੱਲੇ ਨੇ। ਇਕੱਲੇ ਦੇ ਨਾਲ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਆਉਂਦੇ ਨੇ, ਕੁਝ ਲੋਕ ਉਹਨਾਂ ਦੇ ਨਾਲ ਹੋਰ ਜੁੜਦੇ ਨੇ ਤੇ ਇਹ ਉਹਨਾਂ ਦੀ ਪਾਵਰ ਵੱਧਦੀ ਦੇਖ ਕੇ ਕੁਝ ਲੋਕ ਹੋਰ ਉਹਨਾਂ ਨਾਲ ਆਪਣੇ ਆਪ ਆ ਜਾਣਗੇ, ਆਪਣੇ ਆਪ ਉਹਨਾਂ ਦੇ ਨਾਲ ਹੁੰਦੇ ਚਲੇ ਜਾਣਗੇ। ਪਰ ਜੇਕਰ ਹੁਣ ਕੱਲੇ ਦੀ ਗੱਲ ਕਰਨਗੇ, ਕੱਲੇ ਤਾਂ ਫਿਰ ਸ਼ਾਇਦ ਉਹਨਾਂ ਨੂੰ ਜਿਹੜਾ ਹਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਮਾਂਡ ਦੇ ਵਿੱਚ ਹੀ ਚੱਲਣਾ ਪਏਗਾ ਤੇ ਉਹਦੇ ਲਈ ਸਿਆਸੀ ਠੁੰਗਾ ਭਾਵੇਂ ਜਿੰਨੀਆਂ ਮਰਜ਼ੀ ਵੱਜੀ ਜਾਣ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦੀ ਜਿਹੜੀ ਛਵੀ ਹੈ ਉਹ ਹਾਈ ਕਮਾਂਡ ਦੇ ਵਿੱਚ ਇੱਕ ਜੇਤੂ ਜਿਹੜਾ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਹ ਦੇਖਦੇ ਨੇ ਉਹਨਾਂ ਨੂੰ। ਪਿਛਲੇ ਸਮੇਂ ਦੇ ਦੌਰਾਨ ਜਦੋਂ ਮੋਦੀ ਲਹਿਰ ਚੱਲੀ ਸੀ ਤਾਂ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਨਾ ਸਿਰਫ ਮੈਂਬਰ ਪਾਰਲੀਮੈਂਟ ਦੀ ਸੀਟ ਕੱਢ ਕੇ ਉਹਨੂੰ ਜੇਤਲੀ ਨੂੰ ਹਰਾਇਆ ਸੀ, ਬਲਕਿ ਪੰਜਾਬ ਦੇ ਵਿੱਚ ਵੀ 77 ਸੀਟਾਂ ਦੇ ਜਿਹੜੀ ਜਿੱਤ ਹਾਸਲ ਕਰਕੇ ਜਿਹੜਾ ਕਾਂਗਰਸ ਦੀ ਸਰਕਾਰ ਬਣਵਾਈ ਸੀ। ਇਹ ਜਿਹੜੀ ਦਿੱਖ ਹੈ ਕੈਪਟਨ ਅਮਰਿੰਦਰ ਸਿੰਘ ਦੀ ਹਾਈ ਕਮਾਂਡ ਦੀ ਨਜ਼ਰ ਦੇ ਵਿੱਚ, ਇਸ ਨੂੰ ਥੋੜਾ ਜਿਹਾ ਹਿਲਾਉਣਾ ਹਲੇ ਔਖਾ ਲੱਗਦਾ। ਪਰ ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਾਰਗੁਜ਼ਾਰੀ ਦੇ ਮੁਤਾਬਕ ਜਿਹੜਾ ਉਹ ਉਹਨਾਂ ਦੇ ਉਹਨਾਂ ਖੁਸ਼ ਨਹੀਂ ਹੈਗੇ ਜਿੰਨੀ ਕਿ ਕਾਰਗੁਜ਼ਾਰੀ ਉਹਨਾਂ ਦੀ ਵਧੀਆ ਹੋਣੀ ਚਾਹੀਦੀ ਸੀ, ਕਿਉਂਕਿ ਬੇਦਬੀ ਤੇ ਗੋਲੀकांड ਦੇ ਮਾਮਲੇ ਪਲੱਸ ਨਸ਼ਿਆਂ ਦਾ ਮਾਮਲਾ ਪਲੱਸ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਤੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਝੜਪ ਹੋਈ ਹੈ, ਸਿਆਸੀ ਝੜਪ ਹੋਈ ਹੈ, ਉਹਨੂੰ ਲਾ ਲਓ। ਇਹ ਸਾਰੇ ਮਾਮਲਿਆਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੋਨਾਂ ਨੂੰ, ਤੇ ਉਦੋਂ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਹੋਣੀ ਮੰਨੇ ਨਹੀਂ। ਤੇ ਉਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਹਾਈ ਕਮਾਂਡ ਨੂੰ ਨਾਰਾਜ਼ ਕਰ ਚੁੱਕੀਆਂ ਨੇ। ਹੁਣ ਵੇਖਣਾ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਉਸ ਨਾਰਾਜ਼ਗੀ ਨੂੰ ਕਿੰਨਾ ਕੁ ਕੈਸ਼ ਕਰਦੇ ਨੇ ਤੇ ਅੱਗੇ ਚੱਲ ਕੇ ਆਪਣਾ ਜਿਹੜਾ ਹੁਨਰ ਦੇ ਮੁਤਾਬਕ ਕੀ ਉਹ ਰਹਿੰਦੇ ਸਮੇਂ ਦੇ ਵਿੱਚ ਵੀ ਆਪਣੇ ਨਾਲ ਕੁਝ ਲੋਕ ਹੋਰ ਜੋੜ ਕੇ ਇੱਕ ਵੱਡਾ ਧੜਾ ਖੜਾ ਕਰ ਪਾਉਂਦੇ ਨੇ, ਤੇ ਜੇ ਖੜਾ ਕਰ ਪਾਉਂਦੇ ਤਾਂ ਫਿਰ ਉਹਨੂੰ ਕਰਾਮਾਤ ਹੀ ਕਹੀ ਜਾ ਸਕਦੀ ਹੈ। ਬਿਲਕੁਲ। ਤਾਂ ਕੁਲਵੰਤ ਜੀ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ, ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਕੁਲਵੰਤ ਸਿੰਘ ਜੀ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।